ਮੇਰੀ ਭੈਣ ਮੈਡੀਕਲ ਕਾਲਜ ਵਿੱਚ ਪੜ੍ਹਾਈ ਕਰ ਰਹੀ ਸੀ। ਉਹ ਹਰ ਹਫਤੇ ਮੇਰੇ ਤੋਂ ਫਟਕੜੀ ਮੰਗਵਾਉਂਦੀ ਸੀ ਤੇ ਕਹਿੰਦੀ ਸੀ ਕਿ ਟੀਚਰ ਨੇ ਫਟਕੜੀ 'ਤੇ ਐਕਸਪੈਰੀਮੈਂਟ ਕਰਨ ਨੂੰ ਕਿਹਾ, ਜਲਦੀ ਲਿਆ ਕੇ ਦੇਵੋ। ਇੱਕ ਦਿਨ ਗੁਆਂਢੀਆਂ ਦੀ ਕੁੜੀ ਜੋ ਮੇਰੀ ਭੈਣ ਨਾਲ ਹੀ ਪੜ੍ਹਦੀ ਸੀ, ਉਸ ਨੇ ਕਿਹਾ, ਤੂੰ ਆਪਣੀ ਭੈਣ ਦੇ ਕਮਰੇ ਵਿੱਚ ਰਾਤ ਨੂੰ ਸੋ ਜਾਈਂ, ਤੈਨੂੰ ਇੱਕ ਰਾਜ਼ ਦਾ ਪਤਾ ਲੱਗੂ। ਅਗਲੀ ਰਾਤ ਮੈਂ ਆਪਣੀ ਭੈਣ ਦੇ ਕਮਰੇ ਵਿੱਚ ਬੈੱਡ ਦੇ ਹੇਠਾਂ ਲੇਟ ਗਈ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਮੈਂ ਉਸ ਨੂੰ ਉਸ ਰੂਪ ਵਿੱਚ ਦੇਖਿਆ। ਮੇਰਾ ਨਾਂ ਅਮਨਪ੍ਰੀਤ ਹੈ। ਅਸੀਂ ਮਿਡਲ ਕਲਾਸ ਲੋਕ ਹਾਂ, ਜਾਣੀ ਕਿ ਖਰਚਾ ਪਾਣੀ ਮਸਾਂ ਹੀ ਚੱਲਦਾ ਸੀ। ਅਸੀਂ 2 ਭੈਣਾਂ ਸੀ, ਸਾਡੇ ਭਰਾ ਨਹੀਂ ਸੀ। ਸਾਡੇ ਮਾਂ-ਬਾਪ ਨੇ ਸਾਨੂੰ ਪੁੱਤਾਂ ਵਾਂਗੂ ਪਾਲਿਆ ਤੇ ਚੰਗੀ ਪੜ੍ਹਾਈ ਲਿਖਾਈ ਕਰਵਾਉਣਾ ਚਾਹੁੰਦੇ ਸੀ ਤੇ ਕਹਿੰਦੇ ਸੀ ਇਹ ਪੜ੍ਹ ਲਿਖ ਕੇ ਸਾਡਾ ਨਾਂ ਰੌਸ਼ਨ ਕਰਨਗੀਆਂ। ਪਰ ਮੇਰਾ ਮਨ ਨਹੀਂ ਸੀ ਪੜ੍ਹਾਈ ਵਿੱਚ। ਮੈਂ +2 ਕਰਨ ਤੋਂ ਬਾਅਦ ਸਕੂਲ ਵਿੱਚੋਂ ਹਟ ਗਈ ਤੇ ਸਿਲਾਈ ਦਾ ਕੰਮ ਸਿੱਖਣ ਲੱਗ ਗਈ। ਪਰ ਮੇਰੀ ਭੈਣ ਹੁਸ਼ਿਆਰ ਸੀ ਪੜ੍ਹਾਈ ਵਿੱਚ। ਉਸ ਨੇ ਕਿਹਾ ਮੈਂ ਹੋਰ ਪੜ੍ਹਨਾ ਤੇ ਡਾਕਟਰ ਬਣਨਾ। ਬਸ ਫਿਰ ਮੇਰੇ ਮਾਂ-ਬਾਪ ਉਸ ਦਾ ਸੁਪਨਾ ਪੂਰਾ ਕਰਨ ਲੱਗ ਗਏ। ਉਹ ਜਿੰਨਾ ਵੀ ਕਮਾਉਂਦੇ ਉਸ ਦੀਆਂ ਫੀਸਾਂ ਕਿਤਾਬਾਂ ਵਿੱਚ ਲਾ ਦਿੰਦੇ, ਸੋਚਦੇ ਕਿ ਇਹ ਪੜ੍ਹ ਲਿਖ ਕੇ ਡਾਕਟਰ ਬਣ ਗਈ ਤਾਂ ਸਾਡੀ ਜ਼ਿੰਦਗੀ ਸਵਰ ਜਾਊ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸਾਡਾ 2 ਕਮਰਿਆਂ ਦਾ ਕੱਚਾ ਘਰ ਸੀ। ਇੱਕ ਕਮਰੇ ਵਿੱਚ ਅਸੀਂ ਦੋਵੇਂ ਭੈਣਾਂ ਰਹਿੰਦੀਆਂ ਤੇ ਦੂਜੇ ਕਮਰੇ ਵਿੱਚ ਮੰਮੀ ਪਾਪਾ। ਸਾਡੇ ਕਮਰੇ ਵਿੱਚ ਸਾਰੀ ਰਾਤ ਲਾਈਟ ਚੱਲਦੀ ਰਹਿੰਦੀ ਤਾਂ ਮੈਨੂੰ ਨੀਂਦ ਨਾ ਆਉਂਦੀ ਤਾਂ ਮੈਂ ਆਪਣੇ ਮੰਮੀ ਪਾਪਾ ਦੇ ਕਮਰੇ ਵਿੱਚ ਹੀ ਸੋ ਜਾਂਦੀ। ਉਹ ਸਾਰੀ ਰਾਤ ਜਾਗਦੀ ਰਹਿੰਦੀ ਤੇ ਪੜ੍ਹਦੀ ਰਹਿੰਦੀ। ਮੇਰੀ ਭੈਣ ਨੂੰ ਇੰਨੀ ਹਿੰਮਤ ਕਰਦੇ ਦੇਖ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ। ਪਰ ਲੋਕ ਗੱਲਾਂ ਕਰਦੇ ਕਿ ਇਹਨਾਂ ਨੇ ਕੀ ਲੱਛਣ ਫੜੇ ਆ। ਮੇਰੇ ਦਾਦਾ ਦਾਦੀ ਤੇ ਚਾਚਾ ਚਾਚੀ ਵੀ ਇਹ ਕਹਿੰਦੇ ਕਿ ਇਹਨਾਂ ਨੂੰ ਵਿਆਹ ਕੇ ਆਪਣੇ ਆਪਣੇ ਘਰ ਤੋਰੋ, ਕੁੜੀਆਂ ਨੂੰ ਕੌਣ ਪੜਾਉਂਦਾ। ਪਰ ਮੇਰੇ ਮਾਂ-ਬਾਪ ਕਿਸੇ ਦੀ ਪਰਵਾਹ ਨਾ ਕਰਦੇ। ਉਹ ਕਹਿੰਦੇ ਕਿ ਇੰਨੀ ਕਾਬਲ ਕੁੜੀ ਨੂੰ ਕਿਵੇਂ ਅਸੀਂ ਘਰ ਬਿਠਾ ਲਈਏ। ਨਾਲੇ ਉਹ ਸੋਚਦੇ ਕਿ ਜਦੋਂ ਇਹ ਡਾਕਟਰ ਬਣ ਗਈ ਤਾਂ ਫੇਰ ਪੁੱਛਾਂਗੇ ਇਹਨਾਂ ਨੂੰ। ਫਿਰ ਤਾਂ ਇਸ ਦੇ ਦਾਦਾ ਦਾਦੀ ਵੀ ਇਹ ਕਹਿਣਗੇ ਕਿ ਸਾਡੀ ਪੋਤੀ ਆ ਜੋ ਡਾਕਟਰ ਬਣ ਗਈ। ਜਦੋਂ ਭੈਣ ਦੀ ਫੀਸ ਭਰਦੇ ਤੇ ਲੋਕਾਂ ਦੀਆਂ ਗੱਲਾਂ ਸੁਣਦੇ ਥੱਕ ਜਾਂਦੇ ਤਾਂ ਅਸੀਂ ਆਪਸ ਵਿੱਚ ਬੈਠ ਕੇ ਗੱਲਾਂ ਕਰਕੇ ਦਿਲ ਹੌਲਾ ਕਰ ਲੈਂਦੇ। ਫਿਰ ਇੱਕ ਦੂਜੇ ਦਾ ਹੌਸਲਾ ਵਧਾਉਂਦੇ ਤੇ ਦਮ ਤੋੜਦੀ ਹੋਈ ਉਮੀਦ ਨੂੰ ਫਿਰ ਤੋਂ ਸਹਾਰਾ ਦੇ ਕੇ ਖੜਾ ਕਰਦੇ। ਅਖੀਰ SSC ਦੇ ਬਾਅਦ ਮੈਡੀਕਲ ਕਾਲਜ ਵਿੱਚ ਉਸ ਦਾ ਸਿਲੈਕਸ਼ਨ ਹੋ ਗਿਆ। ਬਸ 4 ਸਾਲ ਦੀ ਹੋਰ ਪੜ੍ਹਾਈ ਰਹਿ ਗਈ ਸੀ। ਮੈਡੀਕਲ ਕਾਲਜ ਦਿੱਲੀ ਸ਼ਹਿਰ ਵਿੱਚ ਸੀ ਤੇ ਅਸੀਂ ਗਾਜ਼ੀਆਬਾਦ ਵਿੱਚ ਰਹਿੰਦੇ ਸੀ। ਰੋਜ਼ ਬੱਸ 'ਤੇ ਜਾਣਾ ਬੜਾ ਔਖਾ ਲੱਗਦਾ ਸੀ ਤਾਂ ਅਸੀਂ ਉਸ ਨੂੰ ਹੋਸਟਲ ਵਿੱਚ ਪਾ ਦਿੱਤਾ ਤੇ ਉਹ ਹਰ ਹਫ਼ਤੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਘਰੇ ਆ ਜਾਂਦੀ। ਐਤਵਾਰ ਸਾਡੇ ਨਾਲ ਗੁਜ਼ਾਰਦੀ ਤੇ ਸੋਮਵਾਰ ਨੂੰ ਫਿਰ ਚਲੇ ਜਾਂਦੀ। ਇੱਦਾਂ ਹੀ 2-3 ਮਹੀਨੇ ਬੀਤ ਗਏ। ਪਰ ਹੁਣ ਉਹ ਘਰੇ ਆਉਂਦੀ ਤਾਂ ਖਿਜੀ ਰਹਿੰਦੀ ਤੇ ਜੇ ਬੁਲਾਉਣਾ ਤਾਂ ਚੰਗੀ ਤਰ੍ਹਾਂ ਗੱਲ ਨਾ ਕਰਦੀ। ਕਦੇ ਫਟਕੜੀ ਮੰਗਵਾਉਂਦੀ ਤੇ ਕਹਿੰਦੀ ਜੇ ਫਟਕੜੀ ਦਾ ਪਾਊਡਰ ਮਿਲ ਜਾਵੇ ਤਾਂ ਬਹੁਤ ਵਧੀਆ ਹੈ। ਇੱਕ ਦਿਨ ਮੈਂ ਆਪਣੇ ਗੁਆਂਢੀਆਂ ਦੀ ਕੁੜੀ ਕੋਲ ਗਈ ਤੇ ਗੱਲਾਂ ਵਿੱਚ ਉਸ ਤੋਂ ਪੁੱਛਣ ਲੱਗੀ ਕਿ ਤੁਸੀਂ ਫਟਕੜੀ ਨਾਲ ਕੀ ਕਰਦੀਆਂ। ਤਾਂ ਉਹ ਕਹਿੰਦੀ ਕਿ ਮੈਂ ਤਾਂ ਕੁਝ ਨਹੀਂ ਕਰਦੀ, ਪਰ ਤੇਰੀ ਭੈਣ ਫਟਕੜੀ ਨਾਲ ਬਹੁਤ ਕੁਝ ਕਰਦੀ ਆ। ਤੂੰ ਅੱਜ ਰਾਤ ਆਪਣੀ ਭੈਣ ਦੇ ਕਮਰੇ ਵਿੱਚ ਸੋ ਜਾਵੀਂ, ਤੈਨੂੰ ਆਪੇ ਪਤਾ ਲੱਗ ਜੂ। ਮੈਂ ਇੱਦਾਂ ਹੀ ਕੀਤਾ। ਉਸ ਦੇ ਕਮਰੇ ਵਿੱਚ ਚਲੇ ਗਈ ਤੇ ਬੈੱਡ ਦੇ ਹੇਠਾਂ ਲੇਟ ਗਈ। ਜੋ ਮੈਂ ਦੇਖਿਆ, ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਇਹ ਕੀ ਕਰ ਰਹੀ ਹੈ। ਉਹ ਰਾਤ ਨੂੰ ਫਟਕੜੀ ਨੂੰ ਪੀਸ ਕੇ ਲਿਫਾਫਿਆਂ ਵਿੱਚ ਭਰਨ ਲੱਗੀ ਤੇ ਆਪਣੇ ਪਰਸ ਵਿੱਚੋਂ ਇੱਕ ਚਿੱਟੇ ਰੰਗ ਦੀ ਲਿਫਾਫੀ ਕੱਢ ਕੇ ਉਸ ਨੂੰ ਪਰਸ ਵਿੱਚ ਪਾ ਕੇ ਸੁੰਘਣ ਲੱਗੀ। ਫਿਰ ਉਹ ਬੇਸੁੱਧ ਹੋ ਗਈ। ਉਹ ਕਮਲਿਆਂ ਵਾਂਗ ਹੱਸਣ ਲੱਗੀ ਤੇ ਆਪਣੇ ਆਪ ਨਾਲ ਹੀ ਗੱਲਾਂ ਕਰਨ ਲੱਗੀ। ਮੈਂ ਡਰ ਗਈ ਤੇ ਮੰਮੀ ਪਾਪਾ ਨੂੰ ਬੁਲਾਇਆ ਤੇ ਮੰਮੀ ਪਾਪਾ ਵੀ ਪਰੇਸ਼ਾਨ ਹੋ ਗਏ ਕਿ ਇਹ ਕੀ ਹੋ ਗਿਆ। ਅਸੀਂ ਤਾਂ ਇੰਨਾ ਖਰਚਾ ਕਰਕੇ ਇੱਥੋਂ ਤੱਕ ਪਹੁੰਚਾਇਆ ਸੀ ਤੇ ਇਹ ਕਿਹੜੇ ਕੰਮ ਵਿੱਚ ਲੱਗ ਗਈ। ਫਿਰ ਮੇਰੀ ਮੰਮੀ ਨੇ ਮੈਨੂੰ ਤੇ ਪਾਪਾ ਨੂੰ ਕਮਰੇ ਦੇ ਬਾਹਰ ਜਾਣ ਲਈ ਕਿਹਾ ਤੇ ਉਸ ਤੋਂ ਪੁੱਛਣ ਲੱਗੇ ਕਿ ਤੂੰ ਇਹ ਕਿੱਥੋਂ ਲੈ ਕੇ ਆਈ ਆ, ਤੈਨੂੰ ਇੰਨੇ ਪੈਸੇ ਕਿਸ ਨੇ ਦਿੱਤੇ। ਕਿਉਂਕਿ ਸਾਡੇ ਘਰ ਤਾਂ ਇੰਨੇ ਪੈਸੇ ਨਹੀਂ ਸੀ ਜਿਸ ਨਾਲ ਉਹ ਨਸ਼ਾ ਖਰੀਦ ਸਕੇ।
ਪਹਿਲਾਂ ਤਾਂ ਉਹ ਡਰ ਗਈ ਤੇ ਉਸ ਨੇ ਮੂੰਹ ਨਾ ਖੋਲ੍ਹਿਆ। ਫਿਰ ਮੇਰੀ ਮੰਮੀ ਦੇ ਪਿਆਰ ਨਾਲ ਪੁੱਛਣ ਤੇ ਉਸ ਨੇ ਦੱਸਿਆ ਕਿ ਉਹ ਕਾਲਜ ਵਿੱਚ ਨਸ਼ਾ ਕਰਦੀ ਹੈ। ਹੋਸਟਲ ਦੇ ਵਾਰਡਨ ਤੇ ਮਾਸਟਰ ਚੌਕੀਦਾਰ ਵੀ ਇਸ ਵਿੱਚ ਸ਼ਾਮਲ ਆ। ਉਹ ਖੁੱਲ੍ਹੇਆਮ ਕਾਲਜ ਵਿੱਚ ਨਸ਼ਾ ਵੇਚਦੇ ਤੇ ਪੜ੍ਹਨ ਵਾਲੇ ਬੱਚਿਆਂ ਨੂੰ ਨਸ਼ਿਆਂ 'ਤੇ ਲਾਉਂਦੇ ਆ। ਉਹਨਾਂ ਦਾ ਟਾਰਗੇਟ ਜ਼ਿਆਦਾਤਰ ਲੜਕੀਆਂ ਸੀ ਜਿਨ੍ਹਾਂ ਨੂੰ ਨਸ਼ੇ ਦੀ ਆਦਤ 'ਤੇ ਲਗਾ ਕੇ ਜਿਸਮ ਫਰੋਸ਼ੀ ਦੇ ਧੰਦੇ 'ਤੇ ਲਗਾਉਂਦੇ ਤੇ ਮੈਂ ਵੀ ਇਸ ਵਿੱਚ ਫਸ ਗਈ। ਪਹਿਲਾਂ ਪਹਿਲ ਤਾਂ ਉਹ ਫ੍ਰੀ ਨਸ਼ਾ ਦਿੰਦੇ ਤੇ ਜਦੋਂ ਨਸ਼ੇ ਦੀ ਲੱਤ ਲੱਗ ਜਾਂਦੀ ਤਾਂ ਉਹ ਫਿਰ ਨਸ਼ੇ ਦੇ ਬਦਲੇ ਪੈਸੇ ਮੰਗਦੇ। ਜੇ ਪੈਸੇ ਨਾ ਦਿੰਦੇ ਤਾਂ ਜਿਸਮ ਫਰੋਸ਼ੀ ਦੇ ਧੰਦੇ ਵਿੱਚ ਜਾਣ ਲਈ ਕਹਿੰਦੇ ਤੇ ਮੇਰੇ ਕੋਲ ਪੈਸੇ ਨਹੀਂ ਸੀ। ਮੈਂ ਫਿਰ ਇੰਨਾ ਕਹਿਣ ਦੀ ਦੇਰ ਸੀ ਕਿ ਮੇਰੇ ਪਾਪਾ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਬੇਹੋਸ਼ ਹੋ ਗਈ। ਮੇਰੀ ਭੈਣ ਵੀ ਨਸ਼ੇ ਦੀ ਦਲਦਲ ਵਿੱਚ ਫਸ ਗਈ ਸੀ ਤੇ ਹੁਣ ਉਹ ਨਸ਼ੇ ਦੇ ਬਗੈਰ ਨਹੀਂ ਸੀ ਰਹਿ ਸਕਦੀ। ਇਸ ਕਰਕੇ ਉਹ ਉਹੀ ਕਰਦੇ ਜੋ ਕਹਿੰਦੇ ਤੇ ਉਸ ਨੇ ਆਪਣੇ ਹੱਥੀਂ ਆਪਣੀ ਜ਼ਿੰਦਗੀ ਬਰਬਾਦ ਕਰ ਦਿੱਤੀ। ਮੇਰੀ ਮਾਂ ਨੇ ਤੇ ਮੈਂ ਮੇਰੀ ਭੈਣ ਨੂੰ ਮੇਰੇ ਪਾਪਾ ਤੋਂ ਮਸਾਂ ਛੁਡਵਾਇਆ। ਫਿਰ ਮੰਮੀ ਕਹਿੰਦੇ ਇਸ ਨੂੰ ਦਾਖਲ ਕਰਵਾਉਣਾ ਪੈਣਾ। ਪਾਪਾ ਕਹਿੰਦੇ ਮਰਨ ਦਵੋ ਇਸ ਨੂੰ। ਪਰ ਔਲਾਦ ਤਾਂ ਔਲਾਦ ਹੀ ਹੁੰਦੀ ਆ। ਉਹ ਜ਼ਿਆਦਾ ਦੇਰ ਤੱਕ ਪੱਥਰ ਨਹੀਂ ਬਣ ਸਕੇ ਤੇ ਅਸੀਂ ਉਸ ਨੂੰ ਡਾਕਟਰ ਕੋਲ ਲੈ ਗਏ। ਹੁਣ ਉਹ ਠੀਕ ਹੋਣ ਲੱਗੀ ਤੇ ਰੋ ਰੋ ਕੇ ਮਾਫੀ ਮੰਗਣ ਲੱਗੀ ਸੀ। ਪਰ ਹੁਣ ਕੀ ਫਾਇਦਾ ਸੀ? ਭਵਿੱਖ ਤਾਂ ਉਸ ਦਾ ਖਰਾਬ ਹੋ ਚੁੱਕਿਆ ਸੀ। ਜੋ ਸੁਪਨੇ ਅਸੀਂ ਦੇਖੇ ਸੀ ਉਹ ਤਾਂ ਚਕਨਾਚੂਰ ਹੋ ਗਏ ਸੀ। ਪਰ ਹੁਣ ਹੌਲੀ ਹੌਲੀ ਉਹ ਠੀਕ ਹੁੰਦੀ ਜਾ ਰਹੀ ਸੀ। ਦੋਸਤੋ, ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਹਨ ਦੱਸਣਾ ਜ਼ਰੂਰ। ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਕਿ ਤੁਸੀਂ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖ ਸਕੋ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।